ਸਵੇਟ ਮਾਰਡਨ ਦੀ ਪੁਸਤਕ ਜੀਵਨ ਜਿਉਣ ਲਈ ਹੈ ਦਾ ਅਗਲਾ ਅੰਗ ਹੈ ਸਭ ਤੋਂ ਵੱਡਾ ਮਿੱਤਰ। ਮਨੁੱਖੀ ਜੀਵਨ 'ਚ ਅਨੇਕ ਭਿੰਨਤਾਵਾਂ ਹਨ। ਮਾਨਵ ਜੀਵਨ ਦੇ ਅਣਗਿਣਤ ਢੰਗ ਹਨ। ਮਨੁੱਖ ਨੇ ਜਿਹੜਾ ਸਮਾਜ ਰਚਿਆ ਹੈ, ਜਿਸ ਸਮਾਜ ਦਾ ਉਹ ਵਸਨੀਕ ਹੈ, ਉਹਦੇ ਵੀ ਢੰਗ ਭਿੰਨ ਹਨ। ਉਸ ਸਮਾਜ 'ਚ ਉਹਦੇ ਦੋਸਤ ਵੀ ਹਨ ਤੇ ਦੁਸ਼ਮਣ ਵੀ। ਮਿੱਤਰ ਤੇ ਸ਼ਤਰੂ ਸਭਨਾਂ ਦੇ ਹੁੰਦੇ ਹਨ। ਬਾਹਰ ਦੇ ਮਿੱਤਰ ਜਾਂ ਦੁਸ਼ਮਣ ਵਧੇਰੇ ਸਹਾਇਕ ਜਾਂ ਹਾਨੀਕਾਰਕ ਨਹੀਂ ਹੁੰਦੇ, ਪਰ ਅੰਦਰੂਨੀ ਦੁਸ਼ਮਣ ਤੇ ਮਿੱਤਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮਨੁੱਖ ਆਪ ਹੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਆਪ ਹੀ ਆਪਣਾ ਮਿੱਤਰ ਵੀ। ਹੁਣ ਉਸ ਤੇ ਨਿਰਭਰ ਕਰਦਾ ਹੈ ਕਿ ਮਿੱਤਰ ਤੋਂ ਕਿੰਨਾ ਕੁ ਲਾਭ ਲੈਂਦਾ ਹੈ ਤੇ ਦੁਸ਼ਮਣ ਤੋਂ ਕਿੰਨੀ ਹਾਨੀ ਦਾ ਪਾਤਰ ਬਣਦਾ ਹੈ। ਮਿੱਤਰ ਦਾ ਫਰਜ਼ ਹੈ ਕਿਸੇ ਵੀ ਕੰਮ ਵਿੱਚ ਤੁਹਾਡੀ ਸਹਾਇਤਾ ਕਰੇ ਤੇ ਦੁਸ਼ਮਣ ਦਾ ਕੰਮ ਹੈ ਰੋੜਾ ਅਟਕਾਉਣਾ। ਦੋਨਾਂ ਵਿੱਚੋਂ ਕਿਸ ਦਾ ਸਹਾਰਾ ਲਿਆ ਜਾਂਦਾ, ਇਸ ਗੱਲ ਦਾ ਫੈਸਲਾ ਉਹਦੀ ਬੁੱਧੀ ਵਿਵੇਕ ਤੇ ਨਿਰਭਰ ਹੈ। ਕ੍ਰਿਸ਼ਨ ਲੀਲਾ ਵਿੱਚ ਇੱਕ ਬਹੁਤ ਹੀ ਰੌਚਕ ਤੇ ਗਿਆਨ ਭਰਪੂਰ ਪ੍ਰਸੰਗ ਆਉਂਦਾ ਹੈ। ਨਟਖਟ ਕ੍ਰਿਸ਼ਨ ਨੇ ਮਿੱਟੀ ਖਾ ਲਈ। ਮਾਤਾ ਯਸ਼ੋਦਾ ਨੂੰ ਫਿਕਰ ਹੋਇਆ। ਮੂੰਹ ਖੋਲ, ਮਿੱਟੀ ਕੱਢ, ਮੂੰਹ ਖੋਲ। ਕ੍ਰਿਸ਼ਨ ਨੇ ਮੂੰਹ ਖੋਲ ਦਿੱਤਾ ਤੇ ਮਾਤਾ ਯਸ਼ੋਦਾ ਦੀ ਹੈਰਾਨੀ ਦੀ ਸੀਮਾ ਨਾ ਰਹੀ। ਮੂੰਹ 'ਚ ਪੂਰਾ ਬ੍ਰਹਿਮੰਡ, ਪੂਰਾ ਵਿਸ਼ਵ ਦਿਖਾਈ ਦਿੱਤਾ। ਬਾਲ ਕ੍ਰਿਸ਼ਨ ਨੇ ਸਭ ਕੁਝ ਵਿਖਾ ਦਿੱਤਾ। ਇਹ ਕਥਾ ਕੇਵਲ ਕ੍ਰਿਸ਼ਨ ਤੇ ਲਾਗੂ ਨਹੀਂ ਹੁੰਦੀ, ਹਰ ਮਨੁੱਖ ਤੇ ਲਾਗੂ ਹੁੰਦੀ ਹੈ। ਸੰਪੂਰਨ ਬ੍ਰਹਿਮੰਡ ਮਨੁੱਖ ਦੇ ਅੰਦਰ ਛੁਪਿਆ ਹੈ। ਜੇਕਰ ਲੋੜ ਹੈ ਤਾਂ ਪਛਾਣ ਕਰਨ ਦੀ। ਜੋਤਿਸ਼ ਦੀ ਦ੍ਰਿਸ਼ਟੀ ਅਨੁਸਾਰ ਸਮੂਹ ਰਾਸ਼ੀਆਂ, ਸਮੂਹ ਪ੍ਰਾਣੀ ਵਰਗ ਦੇ ਸਮੂਹ ਗ੍ਰਹਿ ਮਨੁੱਖ ਦੇ ਸਿਰ ਤੋਂ ਲੈ ਕੇ ਪੈਰ ਤੱਕ ਸਥਿਤ ਦੱਸੇ ਜਾਂਦੇ ਹਨ। ਮਨੁੱਖ 5 ਤੱਤਾਂ ਤੋਂ ਬਣਿਆ ਹੈ। ਪ੍ਰਮਾਣਿਤ ਹੁੰਦਾ ਹੈ ਕਿ ਮਨੁੱਖ ਆਪ ਹੀ ਬ੍ਰਹਿਮੰਡ ਦਾ ਆਕਾਰ ਹੈ। ਮਨੁੱਖ ਦੇ ਅੰਦਰ ਹੀ ਸਭ ਕੁਝ ਵਸਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹ ਸੱਚ ਤੋਂ ਅਣਜਾਣ ਹੈ। ਸਭ ਕੁਝ ਉਹਦੇ ਅੰਦਰ ਹੈ। ਜਿਵੇਂ ਕਿ ਬਾਬਾ ਫਰੀਦ ਨੇ ਕਿਹਾ ਹੈ, ਵਸੀ ਰੱਬ ਹਿਆਲੀ ਹੈ। ਗੋਸਵਾਮੀ ਤੁਲਸੀਦਾਸ ਦਾ ਕਥਨ ਹੈ ਕਿ ਇਸ ਜਗਤ ਵਿੱਚ ਸਮੂਹ ਪਦਾਰਥ ਬਿਰਾਜਮਾਨ ਹਨ, ਪਰ ਕਰਮਹੀਣ ਨਰ ਉਹਨਾਂ ਨੂੰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦਾ ਹੈ। ਸਕਲ ਪਦਾਰਥ ਹੈ ਜਗ ਮਾਹੀ, ਕਰਮਹੀਣ ਨਰ ਪਾਵਤ ਨਾਹੀ। ਭਾਵ ਮਨੁੱਖ ਸੱਚ ਨੂੰ ਨਹੀਂ ਪਛਾਣਦਾ। ਕਰਮ ਦਾ ਅਰਥ ਆਤਮਾ ਨਹੀਂ, ਸਗੋਂ ਕਰਮਠ ਹੋਣਾ ਹੈ। ਜੋ ਮਨੁੱਖ ਕਰਮ 'ਚ ਵਿਸ਼ਵਾਸ ਨਹੀਂ ਕਰਦਾ, ਭਾਵ ਕਿਰਿਆਸ਼ੀਲ ਨਹੀਂ ਹੁੰਦਾ, ਉਹਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਉਂਝ ਤਾਂ ਸੰਸਾਰ 'ਚ ਸਭ ਕੁਝ ਉਪਲਬਧ ਹੈ, ਜਿਨ੍ਹਾਂ ਦੀ ਪ੍ਰਾਪਤੀ ਲਈ ਹਰ ਮਨੁੱਖ ਇੱਛਾ ਰੱਖਦਾ ਹੈ, ਪਰ ਜੋ ਕਾਰਜ ਨਹੀਂ ਕਰਦਾ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਕੰਮ ਤਾਂ ਕਰਨਾ ਹੀ ਪੈਂਦਾ ਜੇਕਰ ਫਲ ਦੀ ਪ੍ਰਾਪਤੀ ਦੀ ਇੱਛਾ ਹੈ। ਬਿਨਾਂ ਕੰਮ ਤੋਂ ਭਲਾ ਕਿਸ ਦਾ ਗੁਜ਼ਾਰਾ ਸੰਭਵ ਹੈ। ਹਰ ਮਨੁੱਖ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ, ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕੁਝ ਨਾ ਕੁਝ ਕੰਮ ਤਾਂ ਕਰਨਾ ਹੀ ਹੁੰਦਾ ਹੈ। ਕੰਮ ਤਾਂ ਹਰ ਮਨੁੱਖ ਕਰਦਾ ਹੈ। ਕੰਮ ਕਰਨ ਤੋਂ ਪਿੱਛੇ ਕੋਈ ਨਹੀਂ ਹਟਦਾ। ਸਾਰੇ ਦੇ ਸਾਰੇ ਆਪਣੀ ਸਮਰੱਥਾ ਅਨੁਸਾਰ ਕਾਰਜ ਕਰਦੇ ਹਨ। ਫਿਰ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਲੋਕਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ, ਵਧੀਆ ਇਨਾਮ ਮਿਲਦਾ ਹੈ ਤੇ ਬਹੁਤਿਆਂ ਨੂੰ ਕੁਝ ਵੀ ਨਹੀਂ ਮਿਲਦਾ। ਇਹਦਾ ਕਾਰਨ ਕੀ ਹੈ? ਸਾਡੇ ਅੰਦਰ ਕਈ ਦੋਸਤ ਹਨ ਤੇ ਬਹੁਤ ਦੁਸ਼ਮਣ ਵੀ। ਆਪਣੇ ਕੀਤੇ ਕੰਮਾਂ ਰਾਹੀਂ ਸਫਲਤਾ ਪ੍ਰਾਪਤੀ ਲਈ ਆਪਣੇ ਅੰਦਰੂਨੀ ਮਿੱਤਰ ਜਿਵੇਂ ਕਿ ਮਿਹਨਤ ਦਾ ਸਹਿਯੋਗ ਨਹੀਂ ਲਿਆ ਜਾਂਦਾ। ਉਲਟਾ ਦੁਸ਼ਮਣ ਜਿਵੇਂ ਕਿ ਆਲਸ ਨੂੰ ਪਹਿਲੇ ਦੇ ਬੈਠਦੇ ਆ। ਲਾਭ ਪ੍ਰਾਪਤ ਕਰਨ ਲਈ ਮਿੱਤਰ ਕਾਰਕੁਨਾਂ, ਮਿਹਨਤ ਨਿਸ਼ਠਾ ਦਾ ਸਹਿਯੋਗ ਹੀ ਉੱਤਮ ਹੈ। ਇਹਦੀ ਘਾਟ ਕਾਰਨ ਸਫਲਤਾ ਮਿਲਣੀ ਸੰਦੇਹਪੂਰਨ ਹੋ ਜਾਂਦੀ ਹੈ। ਜਿਹੜਾ ਵਿਅਕਤੀ ਆਪਣੀ ਕੰਮ ਸੱਚੀ ਨਿਸ਼ਠਾ ਨਾਲ ਕਰਦਾ ਹੈ, ਉਹਨੂੰ ਅਵਸ਼ ਸਫਲਤਾ ਮਿਲਦੀ ਹੈ। ਹਰ ਕੰਮ ਲਈ ਨਿਸ਼ਠਾ ਮਤਲਬ ਲਗਨ ਜ਼ਰੂਰੀ ਹੈ। ਮਿਹਨਤ ਤੇ ਲਗਨ ਸਾਡੇ ਚੰਗੇ ਮਿੱਤਰ ਹਨ। ਜੇਕਰ ਤੁਸੀਂ ਲਗਨ ਨਾਲ ਕੰਮ ਕਰੋਗੇ ਤਾਂ ਸਫਲਤਾ ਮਿਲਣੀ ਨਿਸ਼ਚਿਤ ਹੈ। ਕੀਤੇ ਕੰਮਾਂ ਦਾ ਲਾਭ ਜ਼ਰੂਰ ਮਿਲੇਗਾ। ਲਗਨ ਨਾਲ ਹੀ ਕੰਮ ਪੂਰਾ ਕੀਤਾ ਜਾਵੇ। ਜੀਵਨ ਜਿਉਣ ਦਾ ਅਸਲੀ ਆਨੰਦ ਕੰਮ ਨੂੰ ਲਗਨ ਨਾਲ ਨਿਪਟਾਉਣਾ ਹੈ। ਤੇ ਜਿਹੜਾ ਵੀ ਕੰਮ ਆਪ ਕਰਦੇ ਹੋ ਜਾਂ ਜੋ ਕੰਮ ਕਰਨ ਦੀ ਇੱਛਾ ਹੈ, ਉਹਨੂੰ ਇੱਕਦਮ ਸੱਚੇ ਮਨ ਨਾਲ ਆਰੰਭ ਕਰੋ। ਆਪਣੇ ਆਪ ਨੂੰ ਕੰਮ 'ਚ ਲੀਨ ਕਰਨਾ ਹੀ ਸਮਝਦਾਰੀ ਹੈ। ਇਸ ਪ੍ਰਕਾਰ ਕੀਤੇ ਕੰਮ ਦਾ ਭਰਪੂਰ ਲਾਭ ਮਿਲੇਗਾ ਹੀ ਤੇ ਫਲ ਪ੍ਰਾਪਤੀ ਤੋਂ ਵਾਂਝੇ ਨਹੀਂ ਰਹਿ ਸਕਦੇ। ਪੂਰੀ ਲਗਨ ਨਾਲ ਕਾਰਜ ਕਰਦੇ ਰਹੋ ਤਾਂ ਆਪ ਨੂੰ ਆਸ਼ਾ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਏਗੀ। ਭਾਵ ਜਿਸ ਕੰਮ ਬਾਰੇ ਆਪ ਨੂੰ ਜਾਪਦਾ ਸੀ ਕਿ ਕੰਮ ਮੁਕੰਮਲ ਕਰਨ 'ਚ ਬਹੁਤ ਸਮਾਂ ਲੱਗੇਗਾ, ਉਹ ਕੰਮ ਸਹਿਜੇ ਹੀ ਮੁਕੰਮਲ ਹੋ ਗਿਆ। ਲਗਨ ਨਾਲ ਕੰਮ ਕਰਨ ਦਾ ਇਹ ਸ਼ਾਨਦਾਰ ਸਿੱਟਾ ਪ੍ਰਾਪਤ ਹੁੰਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਆਪਣੇ ਕੰਮ 'ਚ ਲੀਨ ਨਹੀਂ ਕਰਦੇ ਤਾਂ ਕੁਝ ਪਲਾਂ ਵਿੱਚ ਸਥਾਪਿਤ ਹੋਣ ਵਾਲਾ ਕੰਮ ਵੀ
ਕੁਝ ਪਲਾਂ ਵਿੱਚ ਸਮਾਪਤ ਹੋਣ ਵਾਲਾ ਕੰਮ ਵੀ ਕਾਫੀ ਲੰਮੇ ਅਰਸੇ 'ਚ ਪੂਰਾ ਹੋ ਸਕੇਗਾ। ਲਗਨ ਦੀ ਥੁੜ ਨਾਲ, ਵਧੇਰੇ ਮਿਹਨਤ ਨਾਲ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ। ਭਾਵ ਕਿ ਲਗਨ ਨਾਲ ਕੰਮ ਕੀਤਾ ਜਾਏ ਤੇ ਅਣਮੰਨੇ ਦਿਲ ਨਾਲ ਪੂਰਾ ਕੰਮ ਕਦੇ ਪੂਰਾ ਨਹੀਂ ਹੁੰਦਾ। ਲਗਨ ਦੀ ਥੁੜ ਨਾਲ, ਵਧੇਰੇ ਮਿਹਨਤ ਨਾਲ ਕੰਮ ਵਿੱਚ ਅਸਫਲਤਾ ਮਿਲ ਸਕਦੀ ਹੈ। ਭਾਵ ਕਿ ਲਗਨ ਨਾਲ ਕੰਮ ਕੀਤਾ ਜਾਏ ਤੇ ਅਣਮੰਨੇ ਦਿਲ ਨਾਲ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ। ਸਾਡੇ ਵਧੇਰੇ ਕੰਮ ਇਸ ਥੁੜ ਕਾਰਨ ਅੱਧ ਵਿੱਚ ਲਟਕੇ ਰਹਿੰਦੇ ਹਨ। ਆਪਣੇ ਕੰਮ 'ਚ ਪੂਰੀ ਤਨਦੇਹੀ ਤੇ ਸਾਵਧਾਨੀ ਵਰਤੋ। ਅਜਿਹਾ ਕਰਨ ਤੇ ਮਨੋਰਥ ਸਿੱਧ ਹੁੰਦਾ ਹੈ। ਆਪਣੇ ਕੰਮ ਨੂੰ ਪੂਜਾ ਵਾਲਾ ਦਰਜਾ ਪ੍ਰਦਾਨ ਕਰੋ। ਕੰਮ ਨੂੰ ਸਹੀ ਢੰਗ ਨਾਲ ਕਰਨਾ ਹੀ ਪ੍ਰਭੂ ਭਗਤੀ ਅਖਵਾਉਂਦਾ ਹੈ। ਅੰਗਰੇਜ਼ੀ ਦੀ ਕਹਾਵਤ ਵੀ ਇਹੀ ਸੰਦੇਸ਼ ਦਿੰਦੀ ਹੈ, ਵਰਕ ਇਜ਼ ਵਰਸ਼ਿਪ। ਪ੍ਰਮੁੱਖ ਉਦਯੋਗਪਤੀ JRD ਟਾਟਾ ਨੇ ਇੱਕ ਵਾਰ ਕਿਹਾ ਸੀ, ਮੈਂ ਆਪਣੇ ਕਾਰਜ ਨੂੰ ਪੂਜਾ ਸਮਝਦਾ, ਪੂਰੀ ਲਗਨ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ। ਇਸ ਲਗਨ ਸਦਕਾ JRD ਟਾਟਾ ਨੇ ਆਪਣੇ ਉਦਯੋਗਿਕ ਘਰਾਣੇ ਦਾ ਵਿਸ਼ਾਲ ਵਿਸਥਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ। ਲਗਨ ਹੀ ਸਾਡੀ ਅੱਛਾ ਮਿੱਤਰ ਹੈ। ਆਪਣੇ ਕੰਮ 'ਚ ਲੀਨ ਹੋ ਕੇ ਪੂਰੀ ਤਨਦੇਹੀ ਨਾਲ ਕੰਮ ਕਰੋ। ਮੋਪਾਂਸਾ ਸਾਹਿਤ ਜਗਤ ਦੇ ਪ੍ਰਸਿੱਧ ਰਚਨਾਕਾਰ ਹਨ। ਉਹਨਾਂ ਦੀਆਂ ਕਹਾਣੀਆਂ ਵਿਸ਼ਵ ਸਾਹਿਤ ਦੀਆਂ ਅਮਰ ਕਹਾਣੀਆਂ ਹਨ। ਮੋਪਾਂਸਾ ਦੇ ਸੰਬੰਧ ਵਿੱਚ ਲੋਕਾਂ ਨੇ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਉਹ ਆਪਣਾ ਕੰਮ ਪੂਰੀ ਲਗਨ ਨਾਲ ਇਸ ਪ੍ਰਕਾਰ ਕਰਦੇ ਹਨ ਕਿ ਉਹਨਾਂ ਨੂੰ ਆਪਣੀ ਖਬਰ ਨਹੀਂ ਰਹਿੰਦੀ। ਕਹਾਣੀਆਂ ਲਿਖਦੇ ਸਮੇਂ ਉਹ ਇੱਕਦਮ ਆਪਣੀਆਂ ਰਚਨਾਵਾਂ 'ਚ ਗੁਆਚ ਜਾਇਆ ਕਰਦੇ ਸਨ। ਇੱਕ ਵਾਰ ਮੋਪਾਂਸਾ ਕੋਈ ਕਹਾਣੀ ਲਿਖ ਰਹੇ ਸਨ, ਪੂਰੀ ਲਗਨ ਨਾਲ ਕੰਮ 'ਚ ਲੀਨ ਸਨ। ਉਹ ਮਕਾਨ ਦੀ ਪਹਿਲੀ ਮੰਜ਼ਿਲ 'ਚ ਬੈਠ ਕੇ ਕੰਮ ਕਰ ਰਹੇ ਸਨ। ਅਚਾਨਕ ਉਸ ਮਕਾਨ ਦੀਆਂ ਪੌੜੀਆਂ ਟੁੱਟ ਕੇ ਗਿਰ ਗਈਆਂ। ਮੋਪਾਂਸਾ ਨੂੰ ਕੁਝ ਪਤਾ ਨਾ ਲੱਗਾ। ਧਮਾਕਾ ਵੀ ਹੋਇਆ, ਲੋਕਾਂ ਦਾ ਸ਼ੋਰ ਮਚਿਆ, ਪਰ ਮੋਪਾਂਸਾ ਨੂੰ ਕੁਝ ਸੁਣਾਈ ਨਾ ਦਿੱਤਾ। ਕੁਝ ਲੋਕ ਔਖੇ ਸੌਖੇ ਉਸ ਪਾਸ ਪਹੁੰਚਣ 'ਚ ਸਫਲ ਹੋ ਗਏ। ਮੋਪਾਂਸਾ ਨੂੰ ਇੱਕ ਚਿੱਤ ਹੋ ਕੇ ਕਹਾਣੀ ਲਿਖਣ 'ਚ ਲੀਨ ਵੇਖ ਕੇ ਹੈਰਾਨ ਪਰੇਸ਼ਾਨ ਹੋਏ। 2-3 ਵਿਅਕਤੀਆਂ ਨੇ ਜ਼ੋਰ ਦੀ ਹਿਲਾ ਕੇ ਝਟਕਾ ਦਿੱਤਾ ਤੇ ਕਿਹਾ, ਇਹ ਮਕਾਨ ਢੇਰੀ ਹੋ ਰਿਹਾ ਹੈ, ਇਸ ਥਾਂ ਤੋਂ ਛੇਤੀ ਨਿਕਲ ਜਾਓ। ਤਦ ਮੋਪਾਂਸਾ ਨੂੰ ਹੋਸ਼ ਆਇਆ। ਜਲਦੀ ਆਪਣੇ ਕਾਗਜ਼ ਪੱਤਰ ਸੰਭਾਲ ਉਸ ਥਾਂ ਤੋਂ ਬਚ ਨਿਕਲਿਆ। ਮੋਪਾਂਸਾ ਦੀ ਸਫਲਤਾ ਦਾ ਕਾਰਨ ਇਹ ਤਨਦੇਹੀ ਤੇ ਨਿਸ਼ਠਾ ਸਨ। ਅੱਜ ਵੀ ਮੋਪਾਂਸਾ ਦੀਆਂ ਕਹਾਣੀਆਂ ਭਾਰਤ ਸਮੇਤ ਸਮੂਹ ਦੇਸ਼ਾਂ 'ਚ ਵੱਖ-ਵੱਖ ਭਾਸ਼ਾਵਾਂ 'ਚ ਟਰਾਂਸਲੇਟ ਕੀਤੀਆਂ ਜਾ ਚੁੱਕੀਆਂ ਹਨ। ਆਪਣੇ ਕੰਮ ਵਿੱਚ ਇੱਕਦਮ ਡੁੱਬ ਜਾਣ ਦੀ ਲੋੜ ਹੈ। ਆਪ ਦਾ ਕੰਮ ਸੌਖੇ ਤੇ ਸੁੰਦਰ ਢੰਗ ਨਾਲ ਮੁਕੰਮਲ ਹੋ ਜਾਏਗਾ। ਆਪਣਾ ਸਾਰਾ ਧਿਆਨ ਆਪਣੇ ਕੰਮ 'ਚ ਲਗਾਓ। ਆਪ ਦਾ ਕੰਮ ਸਭ ਤੋਂ ਅੱਛਾ ਹੋਏਗਾ। ਇਹ ਵੇਖਿਆ ਗਿਆ ਕਿ ਹੱਥਾਂ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਧਿਆਨ ਕਿਧਰੇ ਹੋਰ ਹੁੰਦਾ ਹੈ, ਮਨ ਕਿਧਰੇ ਹੋਰ ਭਟਕਦਾ ਹੁੰਦਾ ਹੈ, ਦਿਮਾਗ 'ਚ ਕੁਝ ਹੋਰ ਕਸ਼ਮਕਸ਼ ਹੁੰਦੀ ਹੈ। ਇਸ ਘਾਟ ਕਾਰਨ ਕੰਮ ਦੀ ਚਾਲ ਮੰਦ ਪੈ ਜਾਂਦੀ ਹੈ, ਕੰਮ ਵੀ ਵਿਗੜ ਜਾਂਦਾ ਹੈ। ਹਿਸਾਬ ਕਿਤਾਬ ਕਰਨ ਵੇਲੇ ਜਮਾ ਨਫੀ ਵੀ ਗਲਤ ਹੋ ਜਾਂਦਾ ਹੈ, ਅੰਕੜਿਆਂ 'ਚ ਵੀ ਗਲਤੀ ਹੋ ਜਾਂਦੀ ਹੈ, ਲੇਖਣ ਕਾਰਜ ਵਿੱਚ ਵੀ ਗੜਬੜ ਹੋਣਾ ਸੁਭਾਵਿਕ ਹੈ। ਧਿਆਨਪੂਰਵਕ ਕੰਮ ਨਾ ਕਰਨ ਤੇ ਅਨੇਕ ਪ੍ਰਕਾਰ ਦੀ ਗੜਬੜ ਹੋਣ ਦਾ ਡਰ ਰਹਿੰਦਾ ਹੈ। ਹਰ ਇੱਕ ਕੰਮ ਨੂੰ ਲਗਨ ਨਾਲ ਕੀਤਾ ਜਾਏ, ਸਮਾਂ ਵੀ ਘੱਟ ਲੱਗੇਗਾ, ਕੰਮ ਵੀ ਠੀਕ ਹੋਏਗਾ। ਮਹਾਭਾਰਤ ਵਿੱਚ ਅਰਜੁਨ ਤੇ ਦ੍ਰੋਣਾਚਾਰਿਆ ਦੀ ਕਥਾ ਹੈ। ਚਿੜੀ ਤੇ ਨਿਸ਼ਾਨਾ ਲਗਾਉਣ ਵੇਲੇ ਅਰਜੁਨ ਨੂੰ ਕੇਵਲ ਉਹਦੀ ਅੱਖ ਵਿਖਾਈ ਦਿੰਦੀ ਸੀ, ਜਦਕਿ ਹੋਰਨਾਂ ਨੂੰ ਅੱਖ ਤੋਂ ਇਲਾਵਾ ਹੋਰ ਪਾਸੇ ਵੀ ਨਿਗਾਹ ਜਾਂਦੀ ਰਹੀ। ਅਰਜੁਨ ਦੀ ਸਫਲਤਾ ਦਾ ਰਾਜ ਕੇਵਲ ਉਹਦਾ ਧਿਆਨ ਸਹੀ ਨਿਸ਼ਾਨੇ ਤੇ ਕੇਂਦਰਿਤ ਹੋਣਾ ਸੀ। ਸਦਾ ਨਿਸ਼ਾਨਾ ਮਿੱਥ ਕੇ ਕੰਮ ਕੀਤਾ ਜਾਏ ਤਾਂ ਜੋ ਸਿੱਟੇ ਦੀ ਪ੍ਰਾਪਤੀ ਹੋ ਸਕੇ। ਲਗਨ ਨਾਲ ਕੰਮ ਕਰਨ ਤੇ ਆਪਣੇ ਮਨ ਤੇ ਕਾਬੂ ਰੱਖਣਾ ਜ਼ਰੂਰੀ ਹੈ। ਮਨੁੱਖ ਦੇ ਜੀਵਨ 'ਚ ਸਾਰਾ ਖੇਲ ਦਿਲ, ਦਿਮਾਗ ਤੇ ਮਨ ਤੇ ਕਾਬੂ ਰੱਖਣ ਤੇ ਨਿਰਭਰ ਹੈ। ਜਿਹੜੀ ਸਥਿਤੀ ਮਨ, ਦਿਲ, ਦਿਮਾਗ ਦੀ ਹੋਏਗੀ, ਉਸ ਅਨੁਸਾਰ ਫਲ ਪ੍ਰਾਪਤੀ ਹੋਏਗੀ। ਕੰਮ ਤਾਂ ਅਸੀਂ ਕਰਦੇ ਹੀ ਹਾਂ, ਪਰ ਸਾਡਾ ਦਿਲ, ਦਿਮਾਗ, ਮਨ, ਧਿਆਨ ਇਹ ਸਭ ਕੁਝ ਇਸ ਕੰਮ ਦੀ ਤਰਫ ਨਾ ਜਾਂਦੇ ਹੋਏ ਕਿਧਰੇ ਹੋਰ ਭਟਕ ਰਿਹਾ ਹੁੰਦਾ ਹੈ। ਇਹਦਾ ਮੁੱਖ ਕਾਰਨ ਇਹ ਹੈ ਕਿ ਜਿਸ ਕਾਰਜ ਨੂੰ ਅਸੀਂ ਕਰ ਰਹੇ ਹਾਂ, ਉਸ ਕਾਰਜ ਦੇ ਪ੍ਰਤੀ ਸਾਡੇ ਮਨ 'ਚ ਲਗਨ ਨਹੀਂ ਹੁੰਦੀ। ਇੱਕ ਸੱਚ ਹੈ ਕਿ ਅਸੀਂ ਆਪਣੇ ਦਿਮਾਗ ਤੇ ਕਾਬੂ ਨਹੀਂ ਰੱਖ ਸਕਦੇ। ਆਪਣੇ ਦਿਮਾਗ ਨੂੰ ਵਸ 'ਚ ਰੱਖਣਾ ਵੀ ਇੱਕ ਤਪੱਸਿਆ ਤੇ ਸਾਧਨਾ ਹੈ। ਤੁਸੀਂ ਆਪ ਤਜਰਬਾ ਕਰ ਲਓ। ਜਦੋਂ ਤੱਕ ਸਾਡੇ ਸਰੀਰ 'ਚ ਪ੍ਰਾਣ ਹਨ, ਤਦ ਤੱਕ ਸਾਡਾ ਸਾਹ ਰੁਕਦਾ ਨਹੀਂ ਤੇ ਜੀਵਨ ਮੁਤਵਾਤਰ ਚੱਲਦਾ ਰਹਿੰਦਾ ਹੈ। ਅਸੀਂ ਨੀਂਦ ਦੀ ਗੋਦ 'ਚ ਚਲੇ ਜਾਂਦੇ ਹਾਂ ਤਾਂ ਵੀ ਉਹ ਸਵਾਸ ਚੱਲਦਾ ਰਹਿੰਦਾ ਹੈ। ਸਾਹ ਦੀ ਇਸ ਕਿਰਿਆ ਦਾ ਕਾਰਨ ਅਸੀਂ ਅਨੇਕ ਪ੍ਰਕਾਰ ਦੇ ਉਲਟੇ ਸਿੱਧੇ ਸੁਪਨੇ ਵੇਖਣ ਲੱਗ ਪੈਂਦੇ ਹਾਂ। ਤੁਸੀਂ ਚੁੱਪ ਬੈਠੇ ਹੋ, ਕਿਧਰੇ ਜਾ ਰਹੇ ਹੋ, ਪੈਦਲ ਹੋ ਜਾਂ ਸਾਈਕਲ ਤੇ, ਬੱਸ 'ਚ ਸਫ਼ਰ ਕਰ ਰਹੇ ਹੋ ਜਾਂ ਕਾਰ ਵਿੱਚ।
ਆਪ ਚੁੱਪ ਹੋ ਤੇ ਆਪ ਦਾ ਦਿਮਾਗ ਕੀ ਸ਼ਾਂਤ ਹੁੰਦਾ ਹੈ? ਕੁਛ ਨਾ ਕੁਛ ਆਪ ਦੇ ਦਿਮਾਗ 'ਚ ਘੁੰਮਦਾ ਰਹਿੰਦਾ ਹੈ, ਕਿਧਰੇ ਨਾ ਕਿਧਰੇ ਭਟਕਦਾ ਰਹਿੰਦਾ ਹੈ। ਘੜੀ ਦੀਆਂ ਸੂਈਆਂ ਅਨੁਸਾਰ ਸਾਡਾ ਦਿਮਾਗ ਬਰਾਬਰ ਕੰਮ ਕਰਦਾ ਹੈ ਤੇ ਘੁੰਮਦਾ ਰਹਿੰਦਾ ਹੈ, ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਰੁਕਦਾ ਹੈ ਕੇਵਲ ਮੌਤ ਉਪਰੰਤ। ਇਹ ਸੱਚਮੁੱਚ ਅਸਚਰਜ ਵਾਲੀ ਗੱਲ ਹੈ ਕਿ ਆਦਮੀ ਪਹਿਲਾਂ ਮਰਦਾ ਹੈ ਦਿਮਾਗ ਪਿੱਛੋਂ। ਜਦੋਂ ਤੱਕ ਦਿਮਾਗ ਦੀ ਨਾੜੀ ਚੱਲਦੀ ਰਹਿੰਦੀ ਹੈ ਤਦ ਤੱਕ ਡਾਕਟਰ ਮਨੁੱਖ ਨੂੰ ਮਰਿਆ ਘੋਸ਼ਿਤ ਨਹੀਂ ਕਰਦਾ। ਮਨੁੱਖ ਦਾ ਦਿਮਾਗ ਸੱਚਮੁੱਚ ਕੁਦਰਤ ਦੇ ਇੱਕ ਅਸਚਰਜ ਦਾ ਪ੍ਰਤੀਕ ਹੈ। ਇਸ ਦਿਮਾਗ ਤੇ ਕਾਬੂ ਪਾਉਣਾ ਮੁਸ਼ਕਿਲ ਹੈ। ਇੱਕ ਹੀ ਉਪਾਅ ਹੈ, ਲਗਨ ਨਾਲ ਕੰਮ ਕੀਤਾ ਜਾਏ। ਪੂਰੀ ਲਗਨ ਦੇ ਨਾਲ ਕੰਮ ਕਰਨ ਤੇ ਦਿਮਾਗ ਤੇ ਕਾਬੂ ਪਾਇਆ ਜਾ ਸਕਦਾ ਹੈ। ਜਦੋਂ ਤੱਕ ਆਪ ਦਾ ਦਿਮਾਗ ਆਪ ਦਾ ਸਾਥ ਨਹੀਂ ਦਿੰਦਾ ਤਦ ਤੱਕ ਆਪ ਦੇ ਹੱਥ ਕਿੰਨਾ ਵੀ ਕੰਮ ਕਰਨ ਆਪ ਨੂੰ ਉਹਦਾ ਸ਼ੱਕੀ ਰੂਪ ਹੀ ਪ੍ਰਾਪਤ ਹੋਏਗਾ। ਸਫਲਤਾ ਨਿਸ਼ਚਿਤ ਨਹੀਂ ਹੈ। ਲਗਨ ਆਪ ਦਾ ਇੱਕ ਚੰਗੇਰਾ ਮਿੱਤਰ ਹੈ। ਇਹ ਆਪ ਦੇ ਅੰਦਰ ਹੈ। ਇਸ ਨਾਲ ਮਿੱਤਰਤਾ ਕੀਤੀ ਜਾਵੇ, ਆਪ ਦਾ ਕੰਮ ਸਰਲਤਾ ਨਾਲ ਮੁਕੰਮਲ ਹੋ ਜਾਏਗਾ। ਉਹਦਾ ਆਪ ਨੂੰ ਵਧੀਆ ਫਲ ਪ੍ਰਾਪਤ ਹੋਏਗਾ। ਜਿਹੜਾ ਵੀ ਕੰਮ ਆਪ ਕਰੋ ਉਸ 'ਚ ਪੂਰੀ ਸਫਲਤਾ ਲਓ। ਪੂਰੀ ਤਨਦੇਹੀ ਲਗਨ ਨਾਲ ਕੰਮ ਕਰੋ, ਇਹਦਾ ਅੱਛਾ ਫਲ ਪ੍ਰਾਪਤ ਹੋਏਗਾ। ਦੋ ਵਿਦਿਆਰਥੀਆਂ ਦੀ ਕਹਾਣੀ ਆਪ ਦੇ ਸਨਮੁਖ ਹੈ। ਇੱਕ ਵਿਦਿਆਰਥੀ ਕਲਾਸ 'ਚ ਸਦਾ ਪਹਿਲੇ ਨੰਬਰ ਤੇ ਰਹਿੰਦਾ ਸੀ, ਹਾਲਾਂਕਿ ਉਹ ਪੜ੍ਹਦਾ ਕੇਵਲ 2-3 ਘੰਟੇ ਹੀ ਸੀ। ਦੂਜਾ ਵਿਦਿਆਰਥੀ 6-7 ਘੰਟੇ ਪੜ੍ਹਦਾ ਸੀ ਪਰ ਅਕਸਰ ਫੇਲ ਹੋ ਜਾਂਦਾ ਸੀ ਜਾਂ ਬੜੀ ਮੁਸ਼ਕਿਲ ਨਾਲ ਤੀਸਰੇ ਦਰਜੇ 'ਚ ਪਾਸ ਹੁੰਦਾ ਸੀ। ਦੋਵੇਂ ਵਿਦਿਆਰਥੀ ਦੇ ਨਿਤਨੇਮ ਦਾ ਅਧਿਐਨ ਕੀਤਾ ਗਿਆ। ਪਹਿਲਾ ਵਿਦਿਆਰਥੀ 2-3 ਘੰਟੇ ਲਗਨ ਨਾਲ ਪੜ੍ਹਦਾ ਸੀ। ਇਹਦਾ ਲਾਭ ਇਹ ਹੁੰਦਾ ਸੀ ਉਹ ਜੋ ਕੁਝ ਪੜ੍ਹਦਾ ਸੀ ਉਹਨੂੰ ਯਾਦ ਰਹਿੰਦਾ ਸੀ। ਦੂਜਾ ਵਿਦਿਆਰਥੀ ਪੜ੍ਹਦਾ ਬਹੁਤ ਸੀ ਪਰ ਲਗਨ ਨਾ ਹੋਣ ਕਾਰਨ ਉਹ ਜੋ ਕੁਝ ਪੜ੍ਹਦਾ ਸੀ ਉਹਨੂੰ ਯਾਦ ਕਰਨ 'ਚ ਅਸਫਲ। ਪੜ੍ਹਾਈ ਕਰਨ ਵੇਲੇ ਉਹਦਾ ਦਿਮਾਗ ਕਿਧਰੇ ਹੋਰ ਘੁੰਮਦਾ ਸੀ। ਪੜ੍ਹਦਾ ਤਾਂ ਸੀ, ਬੁੱਲ੍ਹ ਤੇ ਅੱਖਾਂ ਕੰਮ ਕਰਦੀਆਂ ਸਨ, ਪਰ ਦਿਮਾਗ ਮੌਜ ਮਸਤੀ ਦਾ ਵਾਤਾਵਰਨ 'ਚ ਘੁੰਮਦਾ ਰਹਿੰਦਾ ਸੀ। ਕਦੇ-ਕਦੇ ਫਿਲਮ ਦੀਆਂ ਬਰੀਕੀਆਂ 'ਚ ਡੁੱਬ ਜਾਂਦਾ ਸੀ। ਗੁਆਂਢੀਆਂ ਦੀ ਸੁੰਦਰ ਕੁੜੀ ਵੀ ਮਨ ਨੂੰ ਉਚਾਟ ਕਰਨ ਵਾਲੀ ਹੋ ਜਾਂਦੀ ਸੀ। ਇਸ ਪ੍ਰਕਾਰ ਉਲ-ਜਲੂਲ ਕੰਮ 'ਚ ਦਿਮਾਗ ਵਿਚਰਦਾ ਰਹਿੰਦਾ ਤੇ ਪ੍ਰੀਖਿਆ ਦੇਣ ਸਮੇਂ ਉਹਨੂੰ ਕੁਝ ਯਾਦ ਨਹੀਂ ਆਉਂਦਾ ਸੀ ਕਿਉਂਕਿ ਲਗਨ ਨਾਲ ਪੜ੍ਹਿਆ ਨਹੀਂ ਸੀ। ਧਿਆਨ ਕਿਧਰੇ, ਲਗਨ ਦਾ ਨਾ ਹੋਣਾ ਇਹਨਾਂ ਅਸਫਲਤਾਵਾਂ ਦੇ ਕਾਰਨ ਬਣਦੇ ਹਨ। ਜਦ ਤੱਕ ਲਗਨ ਨਾਲ ਮਿੱਤਰਤਾ ਹਰ ਕੰਮ 'ਚ ਪੂਰਨ ਲੀਨ ਨਹੀਂ ਹੋ ਜਾਂਦੇ ਤਦ ਤੱਕ ਆਪ ਦੀ ਸਫਲਤਾ ਸੰਸ਼ੇ ਝਟਕੀ ਰਹਿੰਦੀ ਹੈ। ਜਿਨ੍ਹਾਂ ਦਾ ਜੀਵਨ ਸਫਲ, ਉਹਨਾਂ ਦੇ ਜੀਵਨ 'ਚ ਝਾਤ ਮਾਰ ਵੇਖੋ, ਉਹ ਆਪਣੇ ਕੰਮਾਂ ਨੂੰ ਤਨਦੇਹੀ ਨਾਲ ਕਰਦੇ ਹਨ। ਇੱਕ ਵਾਰ ਕੰਮ ਆਰੰਭ ਕਰ ਦਿੱਤਾ, ਕੰਮ ਕਰਦੇ ਹੀ ਰਹੇ। ਕੰਮ ਨੂੰ ਰੋਕਣ ਦਾ ਮਤਲਬ ਹੀ ਨਹੀਂ, ਨਾ ਬਾਥਰੂਮ ਜਾਣਾ, ਨਾ ਖਾਣ ਪੀਣ 'ਚ ਸਮਾਂ ਬਰਬਾਦ ਕਰਨਾ। ਇਹਦੇ ਉਲਟ ਉਹਨਾਂ ਨੂੰ ਵੇਖੋ ਜਿਹੜੇ ਕੰਮ ਤਾਂ ਕਰਦੇ ਹਨ ਪਰ 10 ਵਾਰ ਪਾਨ ਖਾਣਗੇ, ਚਾਹ ਪੀਣਗੇ, ਸਿਗਰਟ ਦਾ ਧੂੰਆਂ ਉਡਾਉਣਗੇ ਜਾਂ ਸੁਸਤੀ ਭਰੀਆਂ ਜਮਾਈਆਂ ਲੈਂਦੇ ਰਹਿਣਗੇ। ਸਮਾਂ ਬਰਬਾਦ ਵਧੇਰੇ ਤੇ ਕੰਮ ਘੱਟ। ਜੇਕਰ ਆਪ ਨੂੰ ਜ਼ਿੰਦਗੀ ਦਾ ਮਜ਼ਾ ਲੈਣ ਦੀ ਚਾਹ ਹੈ, ਜੀਵਨ 'ਚ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਆਪਣੇ ਕੰਮ ਦਾ ਚੰਗਾ ਫਲ ਪ੍ਰਾਪਤ ਕਰਨ ਦੇ ਚਾਹਵਾਨ ਹੋ ਤਾਂ ਡਟ ਕੇ ਕੰਮ ਕਰੋ। ਪੂਰੀ ਲਗਨ ਨਾਲ ਕੰਮ ਕੀਤਾ ਜਾਏ। ਜਿਸ ਸਮੇਂ ਕਰਦੇ ਹੋਵੋ ਉਸ ਵੇਲੇ ਬਗਲਾ ਨਾ ਝਾਕੋ। ਨਿਯਮਤ ਰੂਪ ਨਾਲ ਕੰਮ ਕਰੋ। ਕਿਸੇ ਪ੍ਰਕਾਰ ਦੀ ਕਮੀ ਨਾ ਆਉਣ ਦਿਓ ਆਪਣੀ ਤਨਦੇਹੀ ਵਿੱਚ। 2 ਦਿਨ ਜੰਮ ਕੇ ਕੰਮ ਕਰਕੇ ਢਿੱਲ ਵਰਤਣਾ ਹਾਨੀਕਾਰਕ ਸਿੱਧ ਹੋਏਗਾ। ਇਹ ਵਿਗਾੜ ਵਾਲੀ ਸਥਿਤੀ ਹੁੰਦੀ ਹੈ। ਜ਼ਿੰਦਗੀ ਜਿਉਣ ਲਈ ਹੁੰਦੀ ਹੈ। ਆਪਣਾ ਜੀਵਨ ਸਫਲ ਕਰਨ ਲਈ ਯਤਨ ਕਰਦੇ ਰਹੋ। ਆਪਣੇ ਜੀਵਨ 'ਚ ਕੁਝ ਸ਼ਾਨਦਾਰ ਕੰਮ ਕਰ ਸਾਹ ਲਓ। ਹੱਥ ਮਲਣ, ਰੋਣ ਧੋਣ, ਪਛਤਾਵਾ ਕਰਨ ਨਾਲ ਕੁਝ ਨਹੀਂ ਹੁੰਦਾ। ਜੋ ਕੁਝ ਵਾਪਰ ਗਿਆ ਉਸ ਤੇ ਪਛਤਾਵਾ ਕਰਕੇ ਦੁੱਖ ਪ੍ਰਗਟ ਨਾ ਕਰਨ 'ਚ ਭਲਾਈ ਹੈ। ਪਿਛਲਾ ਸਭ ਭੁੱਲ ਕੇ ਨਵੇਂ ਸਿਰਿਓਂ ਵਿਉਂਤਬੰਦੀ ਨਾਲ ਕੰਮ ਆਰੰਭਿਆ ਜਾਏ। ਸਭ ਭੁੱਲ ਕੇ ਨਵੇਂ ਸਿਰੇ ਤੋਂ ਕੰਮ ਕਰਨ 'ਚ ਭਲਾਈ ਹੈ। ਆਪ ਸਭ ਕੁਝ ਦੁਬਾਰਾ ਪ੍ਰਾਪਤ ਕਰ ਸਕਣ ਦੇ ਸਮਰੱਥ ਹੋ ਸਕਦੇ ਹੋ ਜੇਕਰ ਮਿਹਨਤ ਕੀਤੀ ਜਾਵੇ। ਕੋਈ ਹਰਜ਼ ਨਹੀਂ, ਕੁਝ ਦੇਰ ਨਹੀਂ ਹੋਈ, ਆਪਣੇ ਆਪ ਨੂੰ ਸੰਭਾਲਿਆ ਜਾਏ। ਵਧੇਰੇ ਹੱਲਾਸ਼ੇਰੀ ਨਾਲ ਕੰਮ ਆਰੰਭਿਆ ਜਾਏ। ਸਹੀ ਸੰਕਲਪ ਆਸਰੇ ਤੁਸੀਂ ਮੁੜ ਆਪਣੀ ਖੋਈ ਹੋਈ ਖੁਸ਼ਹਾਲੀ ਬਹਾਲ ਕਰਨ ਦੀ ਸ਼ਕਤੀ ਦੇ ਮਾਲਕ ਹੋ। ਸ਼ਾਇਦ ਆਪ ਦੇ ਮਨ 'ਚ ਇਹ ਗੱਲ ਕਰ ਸਕਦੀ ਹੈ ਕਿ ਜ਼ਿੰਦਗੀ ਦਾ ਵਧੇਰੇ ਸਮਾਂ ਤਾਂ ਬੀਤ ਗਿਆ, ਹੁਣ ਕੀ ਹੋ ਸਕਦਾ ਹੈ। ਅਜਿਹੀ ਕਮਜ਼ੋਰੀ ਵਾਲੀ ਸੋਚ ਨੂੰ ਪਨਪਣ ਨਾ ਦਿਓ। ਆਪ ਦਾ ਸੰਕਲਪ ਆਪ ਨੂੰ ਅਜਿਹਾ ਸੋਚਣ ਤੇ ਮਜਬੂਰ ਕਰ ਸਕਦਾ ਹੈ। ਇਸ ਛਲਾਵੇ ਤੋਂ ਬਚਿਆ ਜਾਏ। ਕੰਮ 'ਚ ਜੁਟ ਜਾਓ, ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ। ਇਸ ਗੱਲ ਨੂੰ ਨਾ ਭੁੱਲਣਾ ਕਿ ਕੰਮ ਕਰਨ ਵਾਲੀ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਬੁੱਧੀ ਦੀ ਸਹੀ ਵਰਤੋਂ ਦੀ ਲੋੜ ਹੈ। ਉਮਰ ਦਾ ਕਾਲ ਨਾਲ ਸੰਬੰਧ ਨਹੀਂ ਹੈ। ਕੰਮ ਲਈ ਮਨ ਦੀ ਸ਼ਕਤੀ ਦੀ ਲੋੜ ਹੈ। ਉਮਰ ਦੀ ਸ਼ਕਤੀ ਦੀ ਨਹੀਂ, ਮਨ ਦੀ ਸ਼ਕਤੀ ਸਮੂਹ ਮਨੁੱਖਾਂ 'ਚ ਆਖਰੀ ਸਮੇਂ ਤੱਕ ਕਾਇਮ ਰਹਿੰਦੀ ਹੈ।
ਮਨੁੱਖ ਇਸ ਅਪਾਰ ਸ਼ਕਤੀ ਨਾਲ ਕੰਮ ਕਰਨ ਦੇ ਯੋਗ ਹੁੰਦਾ ਹੈ। ਇੱਕ ਸੱਜਣ ਦੀ ਗੱਲ ਵਿਚਾਰਨ ਯੋਗ ਹੈ। ਇੱਕ ਸੱਜਣ ਨੇ ਆਪਣੇ 2 ਲੜਕਿਆਂ ਨੂੰ ਪੂਰੀ ਵਿੱਦਿਆ ਦਵਾਈ। ਇੱਕ ਡਾਕਟਰ ਬਣ ਗਿਆ, ਦੂਸਰਾ ਇੰਜੀਨੀਅਰ। ਦੋਵਾਂ ਦੇ ਵਿਆਹ ਹੋ ਗਏ। ਸ਼ਾਦੀ ਉਪਰੰਤ ਉਹ ਅੱਡ-ਅੱਡ ਰਹਿਣ ਲੱਗੇ। ਉਹਨਾਂ ਦੀ ਮਾਂ ਅਕਾਲ ਚਲਾਣਾ ਕਰ ਗਈ। ਉਹਨਾਂ ਦੇ ਪਿਤਾ ਦੀ ਉਮਰ ਲਗਭਗ 70 ਸਾਲ ਸੀ। ਦੋਵੇਂ ਪੁੱਤਰਾਂ ਵਿੱਚੋਂ ਕੋਈ ਵੀ ਆਪਣੇ ਪਿਤਾ ਨੂੰ ਆਪਣੇ ਕੋਲ ਰੱਖਣ ਲਈ ਰਾਜ਼ੀ ਨਹੀਂ ਸੀ। ਜਿਸ ਪੁੱਤਰ ਕੋਲ ਜਾਂਦਾ ਉਹ ਨਕਾਰ ਦਿੰਦਾ ਤੇ ਇੱਜ਼ਤ ਨਾ ਕਰਦਾ। ਬੇਇੱਜ਼ਤੀ ਸਹਿਣ ਨਾ ਕਰਦਾ ਹੋਇਆ ਉਹ ਆਪਣੇ ਪੁੱਤਰਾਂ ਤੋਂ ਵੱਖਰਾ ਰਹਿਣ ਲੱਗ ਪਿਆ। ਕਾਗਜ਼ਾਂ ਦੇ ਲਿਫਾਫੇ ਬਣਾ ਕੇ ਉਹਨਾਂ ਨੂੰ ਵੇਚ ਆਪਣਾ ਗੁਜ਼ਾਰਾ ਕਰਨ ਲੱਗਾ। ਕੰਮ ਪੂਰੀ ਲਗਨ ਨਾਲ ਕਰਦਾ ਰਿਹਾ। ਕੁਝ ਰਕਮ ਜੁੜ ਜਾਣ ਤੇ ਉਹਨੇ ਉੱਦਮ ਕਰਕੇ ਪਰਚੂਨ ਦੀ ਦੁਕਾਨ ਖੋਲ੍ਹ ਲਈ। ਦੁਕਾਨ ਤੇ ਚੰਗੀ ਵਿਕਰੀ ਹੋਣੀ ਸ਼ੁਰੂ ਹੋ ਗਈ। ਕਰਦੇ ਕਰਦੇ ਪਰਚੂਨ ਦੀ ਦੁਕਾਨ ਜਨਰਲ ਸਟੋਰ ਦਾ ਰੂਪ ਧਾਰਨ ਕਰ ਗਈ ਤੇ ਕੰਮ ਦੇ ਨਿਪਟਾਰੇ ਲਈ ਨੌਕਰ ਚਾਕਰ ਰੱਖ ਲਏ। ਕੰਮ 'ਚ ਲਗਾਤਾਰ ਵਾਧਾ ਹੁੰਦਾ ਗਿਆ। 80 ਦੀ ਉਮਰ ਹੁੰਦੇ ਹੁੰਦੇ ਉਹ ਕਾਫੀ ਅਮੀਰ ਹੋ ਗਿਆ। ਬੰਗਲਾ ਤੇ ਕਾਰ ਵੀ ਉਹਦੀ ਸ਼ਾਨ ਬਣ ਗਏ। ਬਾਕੀ ਸਾਰਾ ਜੀਵਨ ਸ਼ਾਨ ਨਾਲ ਕੱਢਿਆ ਤੇ ਮਰਨ ਤੋਂ ਪਹਿਲਾਂ ਆਪਣੀ ਚਲ ਤੇ ਅਚਲ ਸੰਪਤੀ ਮੰਦਰ ਦੇ ਸਪੁਰਦ ਕਰਨ ਦੀ ਵਸੀਅਤ ਕਰ ਗਿਆ ਤੇ ਆਪਣਾ ਨਾਮ ਅਮਰ ਕਰ ਗਿਆ। ਉਸ ਸੱਜਣ ਦਾ ਸੰਦੇਸ਼ ਸੀ, ਕਿਸੇ ਵੀ ਸੰਕਟ ਤੋਂ ਨਾ ਡਰੋ, ਕੰਮ ਕਰਦੇ ਜਾਓ, ਆਪਣੇ ਮਨ ਦੀ ਸ਼ਕਤੀ ਦਾ ਸਹੀ ਉਪਯੋਗ ਕਰਦੇ ਰਹੋ। ਮਨ ਦੀ ਸ਼ਕਤੀ ਦੀ ਲੋੜ ਹੈ, ਵਿਖਾਵਾ ਨਹੀਂ। ਜੀਵਨ ਜਿਉਣ ਲਈ ਮਿਲਿਆ ਹੈ। ਸ਼ਾਨ ਨਾਲ ਜਿਉਣਾ ਹੀ ਜੀਵਨ ਹੈ। ਘੁੱਟ-ਘੁੱਟ ਕੇ ਜਿਉਣਾ, ਥੋੜ੍ਹ 'ਚ ਤੜਪ ਕੇ ਜਿਉਣਾ ਕੋਈ ਜਿਉਣਾ? ਸ਼ਾਨ ਨਾਲ ਜਿਉਣ ਦੀ ਇੱਛਾ ਹੈ ਤਾਂ ਸੰਘਰਸ਼ ਕਰਨਾ ਪੈਂਦਾ ਹੈ। ਜਿਹੜੇ ਲੋਕ ਸ਼ਾਨ ਨਾਲ ਜਿਉਂਦੇ ਆ ਉਹਨਾਂ ਅੰਦਰ ਜੇ ਝਾਤੀ ਮਾਰੀ ਜਾਏ ਤਾਂ ਪਤਾ ਲੱਗਦਾ ਹੈ ਕਿ ਸ਼ਾਨ ਨਾਲ ਜਿਉਣ ਵਾਲਿਆਂ ਨੇ ਸਖਤ ਮਿਹਨਤ ਕੀਤੀ ਹੁੰਦੀ ਹੈ। ਸ਼ਾਨ ਨੂੰ ਬਣਾਈ ਰੱਖਣ ਲਈ ਸੰਘਰਸ਼ ਦੀ ਲੋੜ ਹੈ। ਜੇ ਅਮੀਰ ਲੋਕਾਂ ਦੇ ਜੀਵਨ ਦੀ ਘੋਖ ਕਰੀ ਜਾਏ ਤਾਂ ਪਤਾ ਚੱਲਦਾ ਹੈ ਕਿ ਜੀਵਨ 'ਚ ਕਿਵੇਂ ਰੁਝੇਵਿਆਂ ਵਿੱਚ ਘਿਰੇ ਰਹਿੰਦੇ ਹਨ, ਪਰ ਉਹ ਸਦਾ ਕੰਮ 'ਚ ਮਗਨ ਰਹਿੰਦੇ ਹਨ। ਵਿਹਲੇ ਰਹਿਣ ਨਾਲ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ। ਜੇਕਰ ਪ੍ਰਾਪਤ ਹੋਇਆ ਤਾਂ ਮਿਹਨਤ ਸਦਕਾ ਤੇ ਕੰਮ ਕਰਨ ਦੀ ਲਗਨ ਨਾਲ। ਉਹ ਜਾਣਦੇ ਹਨ ਕਿ ਜੀਵਨ ਜਿਉਣ ਲਈ ਹੈ। ਧੰਨਵਾਦ।